ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ, ਪਰਿਪੂਰਨ ਪ੍ਰਮਾਤਮਾ ਇੱਕ ਹੈ। ਸਭ ਕੁਛ ਸੰਸਾਰ 'ਤੇ ਜੋ ਕੁਛ ਵੀ ਆਇਆ ਹੈ ਉਸ ਪਰਮਾਤਮਾ ਤੋਂ ਹੀ ਆਇਆ ਹੈ। ਪਰਮਾਤਮਾ ਦੀ ਦੂਸਰੀ ਕੋਈ ਹਸਤੀ ਉਸ ਦੇ ਮੁਕਾਬਲੇ 'ਤੇ ਕੋਈ ਨਜ਼ਰ ਨਹੀਂ ਆਉਂਦੀ ਹੈ। ਗੁਰਬਾਣੀ ਜਿੱਥੋਂ ਤੱਕ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੀ ਹੈ, ਸਤਿਗੁਰੂ ਕਹਿੰਦੇ ਨੇ ਉਹ ਪਰਿਪੂਰਨ ਪ੍ਰਮਾਤਮਾ ਇੱਕ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਜਿੱਥੋਂ ਆਰੰਭਤਾ ਹੁੰਦੀ ਹੈ, ਸਤਿਗੁਰੂ ਜੀ ਲਿਖਦੇ ਨੇ ਪ੍ਰਮਾਤਮਾ ਇੱਕ ਹੈ, ਇੱਕ ਓੰਕਾਰ। ਉਸ ਇੱਕ ਜੈਸਾ ਦੂਸਰਾ ਕੋਈ ਨਹੀਂ ਹੈ। ਉਹੀ ਸਾਰੇ ਸੰਸਾਰ ਦੀ ਪਾਲਣਾ ਕਰਦਾ ਪਿਆ, ਉਹੀ ਸਾਰੇ ਸੰਸਾਰ ਨੂੰ ਜੀਵਨ ਦਿੰਦਾ ਹੈ, ਉਹੀ ਸਾਰੇ ਸੰਸਾਰ ਨੂੰ ਆਪਣੇ ਆਪ ਵਿੱਚ ਸਮੇਟ ਲੈਂਦਾ ਹੈ। ਕਹਿ ਸਕਦੇ ਹਾਂ ਮੌਤ ਦਾ ਦੇਣ ਵਾਲਾ ਵੀ ਪ੍ਰਮਾਤਮਾ ਆਪ ਹੈ। ਜੈਸੇ ਗੁਰਬਾਣੀ ਵੀ ਬਖਸ਼ਿਸ਼ ਕਰਦੀ ਹੈ, ਮਾਰੇ ਰਾਖੇ ਏਕੋ ਆਪ, ਮਾਨਸ ਕੇ ਕਿਛ ਨਾਹੀ ਹਾਥ। ਮਾਰਨ ਵਾਲਾ, ਜੀਵਨ ਦੇਣ ਵਾਲਾ, ਜੀਵਨ ਨੂੰ ਚਲਾਉਣ ਵਾਲਾ ਸਭ ਇੱਕ ਪਰਮਾਤਮਾ ਹੈ। ਭਾਵੇਂ ਅਸੀਂ ਸੰਸਾਰ 'ਤੇ ਆ ਕੇ ਅਸੀਂ ਪਰਮਾਤਮਾ ਦੇ ਕਈ ਰੂਪ ਬਣਾ ਲਏ ਹਨ, ਲੇਕਿਨ ਅਸਲ ਵਿੱਚ ਪਰਮਾਤਮਾ ਇੱਕ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਪਰਮਾਤਮਾ ਇੱਕ ਹੈ, ਦੂਸਰਾ ਉਸ ਦੇ ਮੁਕਾਬਲੇ ਵਿੱਚ ਕੋਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵੀ ਹੁੰਦੀ ਹੈ ਇੱਕ ਤੋਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਦੇ ਨਿਰਮਲੇ ਸਾਧੂਆਂ ਨੇ ਅਰਥ ਕੀਤੇ ਹਨ। ਕਹਿੰਦੇ ਨੇ ਨਾਮ ਦੇ ਵਿੱਚ ਵੀ ਬੜੀ ਗਹਿਰਾਈ ਹੈ। ਇਹ ਨਾਮ ਵੀ ਸਾਨੂੰ ਕੁਛ ਸੰਕੇਤ ਕਰਦਾ ਹੈ। ਕਹਿੰਦੇ ਨੇ ਦੋ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਇਆ ਹੈ, ਨਾ ਅਨਕ, ਜਿਸ ਵਿੱਚ ਕੋਈ ਅਨੇਕਤਾ ਨਹੀਂ ਹੈ, ਜੋ ਕੇਵਲ ਇੱਕ ਪਰਮਾਤਮਾ ਦੀ ਗੱਲ ਆਪ ਸੁਣਦੇ ਹਨ, ਇੱਕ ਪਰਮਾਤਮਾ ਦੀ ਗੱਲ ਕਰਦੇ ਹਨ ਅਤੇ ਸਾਰੇ ਜਗਤ ਨੂੰ ਉਸ ਇੱਕੋ ਹੀ ਪਰਮਾਤਮਾ ਦੇ ਨਾਲ ਜੋੜਦੇ ਹਨ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿੱਥੇ ਵੀ ਕਿਧਰੇ ਅਸੀਂ ਇਤਿਹਾਸ ਪੜ੍ਹਾਂਗੇ ਸਤਿਗੁਰਾਂ ਦਾ, ਜਾਂ ਅਸੀਂ ਬਾਣੀ ਪੜ੍ਹੀਏ, ਤਾਂ ਸਤਿਗੁਰ ਕੇਵਲ ਇੱਕ ਦੀ ਗੱਲ ਕਰਦੇ ਹਨ, ਦੂਸਰਾ ਕੋਈ ਹੈ ਹੀ ਨਹੀਂ ਹੈ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ, ਤੁਹਾਡਾ ਉਪਦੇਸ਼ ਕੀ ਹੈ? ਤਾਂ ਸਤਿਗੁਰੂ ਕਹਿੰਦੇ ਨੇ, ਸਗਲੀ ਜੋਤ ਹਮਾਰੀ ਸਮੀਆਂ, ਨਾਨਾ ਵਰਨ ਅਨੇਕੰ, ਕਹੋ ਨਾਨਕ ਸੁਣ ਪਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਉਸ ਇੱਕ ਪਰਮਾਤਮਾ ਦੇ ਨਾਲ ਮੈਂ ਸਾਰਿਆਂ ਨੂੰ ਜੋੜਨ ਆਇਆ ਹਾਂ। ਕਿਉਂ? ਗੁਰੂ ਨਾਨਕ ਸਾਹਿਬ ਦੇ ਨਾਮ ਵਿੱਚ ਹੀ ਇੱਕ ਖਾਸੀਅਤ ਹੈ, ਨਾ ਅਨਕ, ਉਸ ਵਿੱਚ ਕੋਈ ਅਨੇਕਤਾ ਨਹੀਂ ਹੈ, ਜੋ ਸਾਰੇ ਜਗਤ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਨ। ਮਹਾਰਾਜ ਨੇ ਸਾਰੀ ਉਮਰ ਮਰਦਾਨੇ ਨੂੰ ਆਪਣੇ ਨਾਲ ਰੱਖਿਆ ਹੈ। ਲੋਕੀ ਗਿਲਾ ਕਰਦੇ ਸਨ, ਸ਼ਿਕਾਇਤ ਕਰਦੇ ਸਨ ਵੀ ਇਸ ਨੂੰ ਨਾਲ ਕਿਉਂ ਰੱਖਿਆ ਹੋਇਆ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਨ, ਇਹ ਮੇਰਾ ਭਾਈ ਹੈ, ਇਹ ਮੇਰਾ ਭਰਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਵੀ ਉਪਦੇਸ਼ ਦਿੱਤਾ ਹੈ, ਇੱਕ ਦੇ ਨਾਲ ਜੋੜਨ ਦਾ ਦਿੱਤਾ ਹੈ। ਜਿੱਥੇ ਵੀ ਅਸੀਂ ਬਾਣੀ ਪੜ੍ਹਾਂਗੇ ਤਾਂ ਉਪਦੇਸ਼ ਇੱਕ ਦਾ ਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਰ ਬਚਪਨ ਦੀ ਅਸੀਂ ਇੱਕ ਸਾਖੀ ਪੜ੍ਹੀਏ, ਜਿਸ ਵਿੱਚ ਪੀਰ ਭੀਖਣ ਸ਼ਾਹ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰੀਖਿਆ ਲਈ ਹੈ। ਆਮ ਅਸੀਂ ਇਹ ਸਾਖੀ ਪੜ੍ਹਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ। ਕਹਿੰਦੇ ਨੇ ਦੋ ਕੁੱਜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਕੀਤੀਆਂ ਨੇ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਦੇ ਉੱਪਰ ਆਪਣਾ ਹੱਥ ਰੱਖ ਦਿੱਤਾ। ਤੇ ਪੀਰ ਸਾਹਿਬ ਦੇਖ ਕੇ ਬੜੇ ਖੁਸ਼ ਹੋਏ। ਵੇਖਣ ਵਾਲੇ ਜਿਤਨੇ ਵੀ ਸਨ ਬੜੇ ਹੈਰਾਨ ਹੋਏ ਵੀ ਪਤਾ ਨਹੀਂ ਇਹ ਇਸ ਪੀਰ ਨੇ ਕੀ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਕੀਤਾ। ਪੁੱਛ ਲਿਆ ਉਸ ਪੀਰ ਨੂੰ, ਆਖਿਆ ਤੁਸੀਂ ਇਹ ਕੀ ਕੀਤਾ, ਸਾਨੂੰ ਤਾਂ ਕੋਈ ਸਮਝ ਨਹੀਂ ਆਈ ਹੈ। ਉਂਝ ਵੀ ਜਿਹੜੇ ਰੱਬ ਨਾਲ ਜੁੜੇ ਹੋਏ ਪਿਆਰੇ ਜੋ ਕੁਝ ਵੀ ਕਰਦੇ ਹਨ ਉਹ ਸੰਸਾਰ ਦੀ ਸਮਝ ਵਿੱਚ ਨਹੀਂ ਆਉਂਦਾ ਹੈ। ਮਹਾਰਾਜ ਨੇ ਕਿਹਾ ਨਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਿਉਂਕਿ ਉਹ ਸਾਡੇ ਪੱਲੇ ਹੀ ਨਹੀਂ ਪੈਂਦੀ ਹੈ ਵੀ ਇਹ ਕੀ ਕਰਦੇ ਪਏ ਹਨ। ਪੁੱਛ ਲਿਆ ਪੀਰ ਸਾਹਿਬ ਨੂੰ ਵੀ ਤੁਸੀਂ ਇਹ ਕੀ ਕੀਤਾ ਹੈ। ਤੁਸੀਂ ਦੋ ਕੁੱਜੀਆਂ ਅੱਗੇ ਕੀਤੀਆਂ, ਉਹਨਾਂ ਉੱਪਰ ਹੱਥ ਰੱਖ ਦਿੱਤਾ ਹੈ, ਸਾਡੀ ਸਮਝ ਵਿੱਚ ਕੁਛ ਨਹੀਂ ਆਇਆ ਹੈ। ਇਤਿਹਾਸ ਲਿਖਦਾ ਹੈ, ਪੀਰ ਸਾਹਿਬ ਨੇ ਆਖਿਆ ਵੀ ਮੈਂ ਇਸ ਬਾਲਕ ਦੀ ਪ੍ਰੀਖਿਆ ਲਈ ਹੈ। ਇਹ ਹਿੰਦੂਆਂ ਨਾਲ ਪ੍ਰੇਮ ਕਰਨ ਆਇਆ ਜਾਂ ਮੁਸਲਮਾਨਾਂ ਦੇ ਨਾਲ? ਇਹ ਹਿੰਦੂਆਂ ਦਾ ਹਿਮਾਇਤੀ ਹੈ ਜਾਂ ਮੁਸਲਮਾਨਾਂ ਦਾ ਹਿਮਾਇਤੀ ਹੈ? ਇਹ ਕਿਸ ਨਾਲ ਪ੍ਰੇਮ ਕਰੇਗਾ? ਤੇ ਆਖਿਆ ਫਿਰ ਤੁਹਾਨੂੰ ਜਵਾਬ ਕੀ ਮਿਲਿਆ ਵੇ? ਪੀਰ ਸਾਹਿਬ ਕਹਿੰਦੇ ਨੇ, ਇਹਨਾਂ ਦੋਨਾਂ ਹੀ ਕੁੱਜੀਆਂ ਤੇ ਹੱਥ ਰੱਖ ਕੇ ਸਾਬਿਤ ਕਰ ਦਿੱਤਾ ਹੈ ਇਹ ਸੰਸਾਰ ਤੇ ਕੇਵਲ ਮਨੁੱਖ ਦੇ ਨਾਲ ਪ੍ਰੇਮ ਕਰਨ ਆਏ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵੀ ਬਖਸ਼ਿਸ਼ ਕਰਦੇ ਹਨ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ, ਕੇਵਲ ਇੱਕ ਮਨੁੱਖ ਦੇ ਨਾਲ ਪ੍ਰੇਮ ਕਰਨ ਆਇਆ ਹਾਂ ਮੈਂ ਸੰਸਾਰ ਤੇ। ਗੁਰਬਾਣੀ ਵੀ ਸਾਨੂੰ ਬਖਸ਼ਿਸ਼ ਕਰਦੀ ਹੈ ਕਿ ਕੋਈ ਜਨ ਹਰਿ ਸਿਉ ਦੇਵੇ ਜੋੜ। ਹੁਣ ਕੋਈ ਜਨ ਭਾਵੇਂ ਕੋਈ ਵੀ ਹੋਵੇ, ਹਰਿ ਸਿਉ ਦੇਵੇ ਜੋੜ, ਜੋ ਪ੍ਰਮਾਤਮਾ ਦੇ ਨਾਲ ਸਾਨੂੰ ਜੋੜ ਦੇਵੇ। ਹੁਣ ਉਹ ਭਾਵੇਂ ਕੋਈ ਵੀ ਹੋ ਸਕਦਾ ਹੈ, ਕਿਸੇ ਮਜ਼ਹਬ ਦਾ ਹੋ ਸਕਦਾ ਹੈ, ਕਿਸੇ ਜਾਤ ਦਾ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਅੰਮ੍ਰਿਤ ਪਾਨ ਕਰਾ ਕੇ ਸਭ ਨੂੰ ਇੱਕੋ ਜਿਹਾ ਬਣਾ ਦਿੱਤਾ ਹੈ, ਸਭ ਇੱਕ ਧਰਮ ਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਭ ਤੋਂ ਪਹਿਲਾ ਉਪਦੇਸ਼ ਦਿੱਤਾ ਇੱਕ, ਉੱਥੇ ਜਗਤ ਵਿੱਚ ਆ ਕੇ ਸਾਰੇ ਸੰਸਾਰ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ ਵੀ ਹੈ। ਕਿਉਂਕਿ ਮਹਾਰਾਜ ਦਾ ਇੱਕ ਮਕਸਦ ਰਿਹਾ, ਮੈਂ ਸੰਸਾਰ 'ਤੇ ਜੋੜਨ ਆਇਆ ਹਾਂ, ਤੋੜਨ ਵਾਸਤੇ ਨਹੀਂ ਆਇਆ ਹਾਂ। ਇੱਕ ਦਿਨ ਮੈਂ ਅਖਬਾਰ ਦੇ ਵਿੱਚ ਇੱਕ ਗਾਥਾ ਪੜ੍ਹੀ ਹੈ। ਮਾਸਟਰ ਸਾਹਿਬ ਬੱਚਿਆਂ ਨੂੰ ਕੁਝ ਪੜ੍ਹਾ ਰਹੇ ਸਨ। ਕਿਸੇ ਇੱਕ ਬੱਚੇ ਨੇ ਭਾਰਤ ਦੇ ਨਕਸ਼ੇ ਨੂੰ ਪਾੜ ਕੇ ਟੁਕੜੇ ਟੁਕੜੇ ਕਰ ਦਿੱਤਾ ਤੇ ਮਾਸਟਰ ਬੜਾ ਹੈਰਾਨ ਹੋਇਆ ਵੀ ਤੁਸੀਂ ਇਹ ਕੀ ਕੀਤਾ ਵੇ? ਇਹ ਭਾਰਤ ਦਾ ਨਕਸ਼ਾ ਸਾਡੇ ਵਾਸਤੇ ਬੜਾ ਸਨਮਾਨਯੋਗ ਹੈ, ਤੁਸੀਂ ਫਾੜ ਕੇ ਇਸ ਦੇ ਟੁਕੜੇ ਟੁਕੜੇ ਕਰ ਦਿੱਤੇ ਹਨ, ਇਸ ਨੂੰ ਹੁਣ ਜੋੜ ਕੇ ਲਿਆਓ। ਕਹਿੰਦੇ ਨੇ ਬੜੇ ਬੜੇ ਸਿਆਣੇ ਉੱਥੇ ਬੱਚੇ ਬੈਠੇ ਹੋਏ ਸਨ, ਸਾਰਿਆਂ ਨੇ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਕਿਸੇ ਕੋਲੋਂ ਵੀ ਨਹੀਂ ਜੁੜਿਆ। ਆਖਰ ਕਲਾਸ ਦੇ ਵਿੱਚ ਸਭ ਤੋਂ ਪਿੱਛੇ ਇੱਕ ਬੱਚਾ ਬੈਠਾ ਹੋਇਆ। ਉਸ ਬੱਚੇ ਨੂੰ ਮਾਸਟਰ ਨੇ ਆਖਿਆ ਵੀ ਤੂੰ ਵੀ ਕੋਸ਼ਿਸ਼ ਕਰਕੇ ਦੇਖ, ਇਹਨਾਂ ਸਾਰੇ ਬੱਚਿਆਂ ਨੇ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਕੁਛ ਤੂੰ ਵੀ ਕਰਕੇ ਦੇਖ।
ਕਹਿੰਦੇ ਨੇ ਉਸ ਬੱਚੇ ਨੇ ਭਾਰਤ ਦੇ ਨਕਸ਼ੇ ਦੇ ਜਿਹੜੇ ਟੁਕੜੇ ਸਨ ਉਹ ਲੈ ਲਏ, ਇੱਕ ਪਾਸੇ ਜਾ ਕੇ ਤੇ ਬਹਿ ਗਿਆ। ਕੁਝ ਸਮੇਂ ਬਾਅਦ ਉਸਨੇ ਸਾਰਾ ਨਕਸ਼ਾ ਜੋੜ ਕੇ ਮਾਸਟਰ ਦੇ ਅੱਗੇ ਰੱਖ ਦਿੱਤਾ ਤੇ ਮਾਸਟਰ ਬੜਾ ਹੈਰਾਨ ਹੋਇਆ, ਕਹਿੰਦਾ ਇਤਨੇ ਸਿਆਣੇ ਬੱਚੇ ਬੈਠੇ ਨੇ, ਇਹਨਾਂ ਕੋਲੋਂ ਜੋੜਿਆ ਨਹੀਂ ਗਿਆ, ਆਖਿਰ ਤੂੰ ਕੀ ਕੀਤਾ ਜੋ ਇਸ ਨੂੰ ਜੋੜ ਕੇ ਰੱਖ ਦਿੱਤਾ ਵੇ। ਪਤਾ ਇਸ ਬੱਚੇ ਨੇ ਕੀ ਜਵਾਬ ਦਿੱਤਾ ਸੀ? ਉਹ ਕਹਿੰਦਾ ਮਾਸਟਰ ਸਾਹਿਬ, ਇਸ ਭਾਰਤ ਦੇ ਨਕਸ਼ੇ ਨੂੰ ਮੈਂ ਜੋੜ ਸਕਾਂ, ਮੇਰੇ ਵਿੱਚ ਇਤਨੀ ਤਾਕਤ ਨਹੀਂ ਹੈ। ਪਰ ਇਸੇ ਨਕਸ਼ੇ ਦੇ ਦੂਸਰੇ ਪਾਸੇ, ਇਸ ਕਾਗਜ਼ ਦੇ ਦੂਸਰੇ ਪਾਸੇ ਇੱਕ ਇਨਸਾਨ ਦੀ ਤਸਵੀਰ ਸੀ, ਮੈਂ ਉਸ ਇਨਸਾਨ ਨੂੰ ਜੋੜਿਆ, ਇਹ ਭਾਰਤ ਦਾ ਨਕਸ਼ਾ ਆਪਣੇ ਆਪ ਜੁੜ ਗਿਆ ਹੈ। ਮੈਂ ਇਸ ਨਕਸ਼ੇ ਨੂੰ ਨਹੀਂ ਜੋੜਿਆ ਹੈ, ਮੈਂ ਕੇਵਲ ਉਸ ਇਨਸਾਨ ਨੂੰ ਜੋੜਿਆ, ਇਨਸਾਨ ਦੇ ਜੁੜਦਿਆਂ ਹੀ ਇਹ ਭਾਰਤ ਦਾ ਨਕਸ਼ਾ ਆਪਣੇ ਆਪ ਜੁੜ ਗਿਆ। ਅੱਜ ਵੀ ਅਗਰ ਸੰਸਾਰ ਦੇ ਵਿੱਚ ਲੋਕਾਂ ਨੂੰ ਸਮਝ ਆ ਜਾਏ ਕਿ ਇਨਸਾਨ ਨੂੰ ਇਨਸਾਨ ਨਾਲ ਅਗਰ ਜੋੜਿਆ ਜਾਏ ਤਾਂ ਸਾਡਾ ਇਹ ਦੇਸ਼ ਇੱਕ ਬਣ ਸਕਦਾ ਹੈ। ਪਰ ਜਿੱਥੇ ਇਨਸਾਨ ਦੇ ਨਾਲੋਂ ਇਨਸਾਨ ਟੁੱਟ ਜਾਂਦਾ ਹੈ, ਉੱਥੇ ਸਾਡੇ ਦੇਸ਼ ਦੇ ਦੋ ਟੁਕੜੇ ਹੋ ਜਾਂਦੇ ਨੇ, ਇੱਕ ਹਿੱਸਾ ਪਾਕਿਸਤਾਨ ਬਣ ਜਾਂਦਾ ਹੈ, ਇੱਕ ਹਿੱਸਾ ਹਿੰਦੁਸਤਾਨ ਬਣ ਜਾਂਦਾ ਵੇ। ਦੇਖੋ, ਇਨਸਾਨ ਦੇ ਨਾਲੋਂ ਅਗਰ ਇਨਸਾਨ ਟੁੱਟ ਜਾਏ ਤਾਂ ਦੇਸ਼ ਦੇ ਟੁਕੜੇ ਹੋ ਜਾਂਦੇ ਹਨ। ਇਨਸਾਨ ਨਾਲੋਂ ਇਨਸਾਨ ਟੁੱਟ ਜਾਏ, ਇੱਕ ਸ਼ਹਿਰ ਦੇ ਟੁਕੜੇ ਹੋ ਜਾਂਦੇ ਨੇ। ਇਨਸਾਨ ਨਾਲੋਂ ਇਨਸਾਨ ਅਗਰ ਟੁੱਟ ਜਾਏ, ਇੱਕ ਪਿੰਡ ਦੇ ਦੋ ਟੁਕੜੇ ਹੋ ਜਾਂਦੇ ਨੇ। ਅਗਰ ਇਨਸਾਨ ਨਾਲੋਂ ਇੱਕ ਇਨਸਾਨ ਟੁੱਟ ਜਾਏ, ਇੱਕ ਮੁਹੱਲੇ ਦੇ ਦੋ ਟੁਕੜੇ ਹੋ ਜਾਂਦੇ ਨੇ। ਤੇ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ, ਇਨਸਾਨ ਨਾਲੋਂ ਅਗਰ ਇਨਸਾਨ ਟੁੱਟ ਜਾਏ, ਪਰਿਵਾਰ ਦੇ ਜਿਤਨੇ ਮੈਂਬਰ ਹਨ ਉਤਨੇ ਉਸ ਦੇ ਟੁਕੜੇ ਹੋ ਜਾਂਦੇ ਹਨ, ਕਿਉਂਕਿ ਇਨਸਾਨ ਦੇ ਨਾਲੋਂ ਇਨਸਾਨ ਟੁੱਟ ਗਿਆ, ਮਨੁੱਖ ਨਾਲੋਂ ਮਨੁੱਖ ਟੁੱਟ ਗਿਆ। ਅੱਜ ਤੇ ਅਸੀਂ ਦੇਖਦੇ ਹਾਂ ਬਹੁਤ ਸਾਰੇ ਧਾਰਮਿਕ ਗ੍ਰੰਥ ਹੀ ਐਸੇ ਹਨ ਜਿਹੜੇ ਮਨੁੱਖ ਨੂੰ ਮਨੁੱਖਾਂ ਨਾਲੋਂ ਤੋੜਦੇ ਹਨ। ਕਈ ਐਸੇ ਜਿਹੜੇ ਆਪਣੇ ਆਪ ਨੂੰ ਸਾਧੂ ਸੰਤ ਅਖਵਾਉਂਦੇ ਹਨ, ਐਸਾ ਪ੍ਰਚਾਰ ਕਰਦੇ ਹਨ, ਮਨੁੱਖ ਨੂੰ ਮਨੁੱਖ ਨਾਲੋਂ ਤੋੜਦੇ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ, ਉਹ ਪਰਿਪੂਰਨ ਪ੍ਰਮਾਤਮਾ ਇੱਕ ਹੈ। ਇੱਕ ਦੇ ਨਾਲ ਹੀ ਜੋੜਨ ਦਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਤਿਗੁਰੂ ਕਹਿੰਦੇ ਨੇ, ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੀ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ। ਸਿਰਫ ਇੱਕ ਦਾ ਉਪਦੇਸ਼ ਦਿੱਤਾ ਜਾਂਦਾ ਹੈ ਇੱਥੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਸਾਡੀ ਸਮਝ ਵਿੱਚ ਆ ਸਕੇ, ਸਾਰੇ ਜਗਤ ਨੂੰ ਸਮਝ ਵਿੱਚ ਆ ਸਕੇ, ਮਨੁੱਖ ਦੇ ਨਾਲ ਮਨੁੱਖ ਜੁੜ ਸਕਣ। ਇੱਕ ਜਗ੍ਹਾ ਇਕੱਠੇ ਹੋ ਕੇ ਜਦੋਂ ਬਵਾਂਗੇ, ਜਿੱਥੇ ਸਾਡਾ ਦੇਸ਼ ਇੱਕ ਹੋਵੇਗਾ, ਉੱਥੇ ਸਾਡੇ ਸ਼ਹਿਰ ਇੱਕ ਹੋਣਗੇ, ਉੱਥੇ ਸਾਡਾ ਘਰ ਇੱਕ ਹੋਵੇਗਾ, ਸਾਡਾ ਧਰਮ ਇੱਕ ਹੋਵੇਗਾ, ਔਰ ਇੱਕ ਪਰਮਾਤਮਾ ਦੇ ਨਾਲ ਅਸੀਂ ਜੁੜ ਕੇ ਆਪਣੇ ਇਸ ਜੀਵਨ ਨੂੰ ਸਫਲ ਕਰ ਸਕਾਂਗੇ। ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।